ਆਪ ਜੀ ਨੇ ਪਿਛਲੇ ਵਿਚਾਰ ਸਰਵਣ ਕੀਤੇ। ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਆਨੰਦਪੁਰ ਸਾਹਿਬ ਦੀ ਪਾਵਨ ਧਰਤੀ 'ਤੇ ਆ ਗਏ। ਇੱਥੇ ਆਏ ਦਿਨ ਸੰਗਤਾਂ ਬੜੇ ਚਾਅ ਦੇ ਨਾਲ ਕੋਈ ਨਾ ਕੋਈ ਕਿਸੇ ਪਾਸਿਓਂ ਜਥਾ ਲੈ ਕੇ ਆਉਂਦੇ ਨੇ। ਬੜੀ ਰੌਣਕ, ਗੁਰੂ ਕੇ ਲੰਗਰ ਚੱਲਦੇ, ਗੁਰੂ ਕੇ ਕੀਰਤਨ ਹੁੰਦੇ, ਗੁਰਬਾਣੀ ਦੇ ਨਾਲ ਸੰਗਤਾਂ ਜੁੜਦੀਆਂ, ਆਪਣੇ ਜੀਵਨ ਨੂੰ ਸਫਲ ਕਰਦੀਆਂ ਨੇ। ਗੁਰੂ ਦੇ ਬਚਨ ਸੁਣਦੀਆਂ, ਦਰਸ਼ਨ ਕਰਦੀਆਂ। ਸੋ ਇੱਦਾਂ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਪਾਵਨ ਆਨੰਦਪੁਰ ਸਾਹਿਬ ਦੀ ਧਰਤੀ 'ਤੇ ਬੜੀਆਂ ਬਖਸ਼ਿਸ਼ਾਂ ਵਰਤਾ ਰਹੇ ਸਨ। ਪਰ ਦੂਜੇ ਪਾਸੇ ਕਹਿੰਦੇ ਔਰੰਗਜ਼ੇਬ ਬਾਦਸ਼ਾਹ ਜਿਹੜਾ ਹੈ ਉਹਨੇ ਜ਼ੁਲਮ ਆਰੰਭ ਕਰ ਦਿੱਤਾ ਕਿ ਮੈਂ ਲੋਕਾਂ ਨੂੰ ਨਰਕਾਂ ਤੋਂ ਬਚਾਵਾਂਗਾ, ਪਰ ਕਿਵੇਂ? ਸਾਰਿਆਂ ਨੂੰ ਮੁਸਲਮਾਨ ਬਣਾ ਦੇਵਾਂਗਾ। ਤੇ ਮੈਂ ਬੇਨਤੀ ਕਰਾਂਗਾ ਕਿ ਸਾਧ ਸੰਗਤ ਜੀ, ਬੁਰਾ ਕੋਈ ਧਰਮ ਨਹੀਂ ਹੈਗਾ, ਕੋਈ ਵੀ ਧਰਮ ਜਿਹੜਾ ਮਾੜਾ ਨਹੀਂ, ਧਰਮ ਸਾਰੇ ਚੰਗੇ ਨੇ। ਕਿਉਂਕਿ ਗੁਰੂ ਸਾਹਿਬ ਨੇ ਤਾਂ ਬਾਣੀ ਵਿੱਚ ਆਖਿਆ, ਮੁਸਲਮਾਨ ਕਹਾਵਣ ਮੁਸ਼ਕਲ, ਮੁਸਲਮਾਨ ਬਣਨਾ ਬੜਾ ਔਖਾ ਆ। ਇਹ ਗੁਰੂ ਸਾਹਿਬ ਨੇ ਸਾਨੂੰ ਦੱਸਿਆ। ਪਰ ਰਹੇ ਵਿਚਾਰ ਕਿ ਉਹ ਸਮਾਂ ਐਸਾ ਸੀ ਕਿ ਸਾਧ ਸੰਗਤ ਜੀ ਔਰੰਗਜ਼ੇਬ ਬਾਦਸ਼ਾਹ ਦਾ ਰਾਜ ਚੱਲਦਾ ਹੈ ਅਤੇ ਉਹ ਜ਼ੁਲਮ ਕਰਕੇ ਹਿੰਦੂ ਧਰਮ ਦੇ ਲੋਕਾਂ ਨੂੰ ਮੁਸਲਮਾਨ ਬਣਾ ਰਿਹਾ ਸੀ। ਅਤੇ ਆਪਾਂ ਕੱਲ੍ਹ ਜੋ ਵਿਚਾਰਾਂ ਸਰਵਣ ਕੀਤੀਆਂ ਕਿ ਕਿਵੇਂ ਉਹਨੇ ਕਸ਼ਮੀਰ ਵਾਲੇ ਪਾਸੇ ਸਾਧ ਸੰਗਤ ਜੀ ਸ਼ੇਰ ਅਫਗਾਨ ਨੂੰ ਲਾ ਕੇ ਅਤੇ ਉੱਧਰ ਬੜੇ ਹਿੰਦੂਆਂ ਨੂੰ ਜਿਹੜਾ ਮੁਸਲਮਾਨ ਬਣਾ ਦਿੱਤਾ। ਕਸ਼ਮੀਰੀ ਪੰਡਤ ਜਿਹੜੇ ਨੇ, ਕਸ਼ਮੀਰ ਦੇ ਬ੍ਰਾਹਮਣ ਜਿਹੜੇ ਨੇ, ਜਦੋਂ ਉਹਨਾਂ ਦੇ ਕੋਲ ਇਹ ਪਹੁੰਚਿਆ ਉਹਨਾਂ ਨੂੰ ਮੁਸਲਮਾਨ ਬਣਾਉਣ ਲਈ, ਅਤੇ ਉਹਨਾਂ ਨੇ ਹੱਥ ਜੋੜ ਕੇ ਥੋੜ੍ਹਾ ਜਿਹਾ ਸਮਾਂ ਮੰਗ ਲਿਆ, ਸਾਨੂੰ ਥੋੜ੍ਹਾ ਜਿਹਾ ਸਮਾਂ ਦੇ ਦਿਓ ਸੋਚਣ ਵਿਚਾਰਨ ਲਈ। ਸੋ ਉਹ ਜਿਹੜਾ ਸਮਾਂ ਸੀ, ਉਸ ਸਮੇਂ ਦੇ ਵਿੱਚ ਇਹਨਾਂ ਨੇ ਆਪਸ ਵਿੱਚ ਵਿਚਾਰ ਬਣਾਈ। ਪੰਡਿਤ ਕਿਰਪਾ ਰਾਮ ਦੱਤ ਜਿਹੜਾ ਆ ਸਾਧ ਸੰਗਤ ਜੀ, ਉਹ ਇਹਨਾਂ ਦਾ ਆਗੂ ਬਣਿਆ। ਉਹਨੇ ਸਾਰੇ ਸਾਥੀਆਂ ਨੂੰ ਆਖਿਆ ਕਿ ਆਪਾਂ ਇੱਦਾਂ ਕਰੀਏ, ਹੋਰ ਤਾਂ ਕੋਈ ਸਾਨੂੰ ਆਸਰਾ ਨਹੀਂ ਦੇ ਸਕਦਾ, ਪਰ ਇੱਥੇ ਇੱਕ ਮਾਤਾ ਰਹਿੰਦੀ ਸੀ ਇੱਥੇ ਕਸ਼ਮੀਰ ਦੇ ਵਿੱਚ, ਅਤੇ ਉਹਨੇ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਧਿਆਇਆ ਮਨ ਹੀ ਮਨ, ਅਤੇ ਮਾਰੇ ਇੱਥੇ ਉਹਨੂੰ ਦਰਸ਼ਨ ਦੇਣ ਆਏ ਸਨ। ਅਤੇ ਉਹ ਸਤਿਗੁਰੂ ਪਾਤਸ਼ਾਹ ਜੀ ਬੜੇ ਬਲਵਾਨ ਸੂਰਮੇ ਯੋਧੇ ਸਨ, ਅਤੇ ਜਿਨ੍ਹਾਂ ਨੂੰ ਵੀ ਮਦਦ ਦੀ ਲੋੜ ਹੁੰਦੀ ਸੀ ਸਤਿਗੁਰੂ ਉਹਨਾਂ ਦੀ ਮਦਦ ਕਰਦੇ ਸਨ, ਸਹਾਈ ਹੁੰਦੇ ਸਨ। ਸਦਾ ਗੁਰੂ ਸਾਹਿਬ ਸੱਚੇ ਪਾਤਸ਼ਾਹ ਮਜ਼ਲੂਮਾਂ ਦੀ ਬਾਂਹ ਫੜਦੇ ਸੀ। ਸੋ ਪਤਾ ਲੱਗਾ ਆ, ਪੰਡਿਤ ਕਿਰਪਾ ਰਾਮ ਦੱਤ ਕਹਿੰਦਾ ਕਿ ਮੈਨੂੰ ਪਤਾ ਲੱਗਾ ਕਿ ਉਹ ਤਾਂ ਹੁਣ ਸੱਚਖੰਡ ਚਲੇ ਗਏ ਨੇ, ਉਹਨਾਂ ਤੋਂ ਮਗਰੋਂ ਉਹਨਾਂ ਦੇ ਪੋਤਰੇ ਗੁਰੂ ਹਰ ਰਾਏ ਸਾਹਿਬ, ਅਤੇ ਉਹ ਤੋਂ ਬਾਅਦ ਗੁਰੂ ਹਰ ਰਾਏ ਜੀ ਦੇ ਸੁਪੁੱਤਰ ਸ਼੍ਰੀ ਹਰਕ੍ਰਿਸ਼ਨ ਜੀ, ਅਤੇ ਸ਼੍ਰੀ ਹਰਕ੍ਰਿਸ਼ਨ ਸਾਹਿਬ ਤੋਂ ਬਾਅਦ ਹੁਣ ਗੁਰੂ ਤੇਗ ਬਹਾਦਰ ਮਹਾਰਾਜ ਗੁਰਤਾ ਗੱਦੀ 'ਤੇ ਬਿਰਾਜੇ ਹੋਏ ਨੇ। ਜੇਕਰ ਆਪਣਾ ਕੋਈ ਸਾਥ ਦੇ ਸਕਦਾ ਆ, ਸਾਡੀ ਕੋਈ ਬਾਂਹ ਫੜ ਸਕਦਾ, ਅਤੇ ਉਹੀ ਨੇ। ਜੇ ਤੁਹਾਨੂੰ ਸਲਾਹ ਮੇਰੀ ਚੰਗੀ ਲੱਗੇ ਅਤੇ ਆਪਾਂ ਸਾਰੇ ਮਿਲ ਕੇ ਗੁਰੂ ਸਾਹਿਬ ਦੇ ਕੋਲ ਚੱਲੀਏ, ਉਹਨਾਂ ਨੂੰ ਮਿਲੀਏ ਜਾ ਕੇ। ਉਹ ਕਹਿਣ ਲੱਗੇ ਠੀਕ ਹੈ, ਹੁਣ ਰਾਹ 'ਤੇ ਕੋਈ ਨਹੀਂ ਲੱਭਦਾ ਪਿਆ, ਰਾਹ 'ਤੇ ਹੋਰ ਕੋਈ ਦਿਸਦਾ ਨਹੀਂ, ਅਤੇ ਧਰਮ ਤੋਂ ਹੀਣੇ ਹੋ ਕੇ ਜੀਵਾਂਗੇ ਅਤੇ ਉਹ ਉਂਝ ਹੀ ਮਰਿਆਂ ਦੇ ਬਰਾਬਰ ਹੀ ਹੈ। ਆਪਣਾ ਧਰਮ ਜਿਹੜਾ ਆ ਤਿਆਗ ਕੇ ਜੀਵਾਂਗੇ ਤਾਂ। ਸੋ ਇੱਦਾਂ ਇਹਨਾਂ ਨੇ ਸਲਾਹ ਕੀਤੀ ਅਤੇ ਸਾਧ ਸੰਗਤ ਜੀ ਚੱਲ ਪਏ ਗੁਰੂ ਤੇਗ ਬਹਾਦਰ ਮਹਾਰਾਜ ਦੀ ਸ਼ਰਨ ਲੈਣ ਵਾਸਤੇ। ਸਾਖੀ ਵਿੱਚ ਲਿਖਿਆ ਮਿਲਦਾ ਕਿ ਰਾਹ ਦੇ ਵਿੱਚ ਚਲਦਿਆਂ ਨਾਲ ਪੰਡਿਤ ਕਿਰਪਾ ਰਾਮ ਦੱਤ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੀਆਂ ਵਡਿਆਈਆਂ ਵੀ ਸੁਣਾਉਂਦਾ ਹੈ ਕਿ ਕਿਵੇਂ ਮਹਾਰਾਜ ਨੇ ਅੰਮ੍ਰਿਤਸਰ ਸਾਹਿਬ ਦੀ ਜੰਗ ਜਿੱਤੀ, ਕਿਵੇਂ ਹਰਗੋਬਿੰਦਪੁਰ ਜਿਹੜਾ ਆ ਉੱਥੇ ਵੀ ਜੰਗ ਹੋਈ, ਕਰਤਾਰਪੁਰ ਸਾਹਿਬ ਦੇ ਵਿੱਚ ਵੀ ਜੰਗ ਹੋਈ। ਬੜੀਆਂ ਫੌਜਾਂ ਚੜ੍ਹਾਈ ਕਰਕੇ ਆਉਂਦੀਆਂ ਰਹੀਆਂ ਨੇ ਗੁਰੂ ਸਾਹਿਬ ਦੇ ਉੱਪਰ, ਪਰ ਉਹਨਾਂ ਨੂੰ ਹਾਰ ਦਾ ਮੂੰਹ ਵੇਖਣਾ ਪਿਆ।
ਇੱਦਾਂ ਮਹਾਰਾਜ ਦੀ ਸਿਫਤੋ ਸਲਾਹ ਕਰਦਿਆਂ ਕਰਦਿਆਂ ਪੈਂਡਾ ਤੈਅ ਕਰਦਿਆਂ ਅੰਮ੍ਰਿਤਸਰ ਸਾਹਿਬ ਇਹ ਪਹੁੰਚੇ ਨੇ। ਉੱਥੋਂ ਇਹਨਾਂ ਨੂੰ ਪਤਾ ਲੱਗਾ ਕਿ ਗੁਰੂ ਤੇਗ ਬਹਾਦਰ ਮਹਾਰਾਜ ਤੇ ਸ਼੍ਰੀ ਆਨੰਦਪੁਰ ਸਾਹਿਬ ਵਿੱਚ ਵਸ ਰਹੇ ਨੇ। ਉੱਥੇ ਸੰਗਤਾਂ ਦਾ ਭਲਾ ਕਰਦੇ ਪਏ ਨੇ, ਜੇ ਉਹਨਾਂ ਨੂੰ ਮਿਲਣਾ ਤਾਂ ਉੱਥੇ ਜਾਓ। ਸਾਧ ਸੰਗਤ ਦੇ ਵਿਚਾਰ ਬਣਾ ਕੇ ਇਹਨਾਂ ਨੇ ਚਾਲੇ ਪਾ ਦਿੱਤੇ ਆਨੰਦਪੁਰ ਸਾਹਿਬ ਜਾਣ ਲਈ। ਪੈਂਡਾ ਤੈਅ ਕਰਦਿਆਂ ਹੋਇਆਂ ਬਿਆਸ ਦਰਿਆ ਪਾਰ ਕੀਤਾ। ਚਲਦਿਆਂ ਚਲਦਿਆਂ ਸ਼੍ਰੀ ਆਨੰਦਪੁਰ ਸਾਹਿਬ ਨਗਰ ਆ ਗਿਆ। ਇੱਥੇ ਜਾ ਕੇ ਜਿਹੜਾ ਅਰਦਾਸੀਆ ਸਿੱਖ ਸੀ ਉਹਨੂੰ ਮਿਲੇ। ਉਹਨੂੰ ਜਾ ਕੇ ਦੱਸਿਆ ਸੀ ਗੁਰੂ ਜੀ ਨੂੰ ਮਿਲਣ ਆਏ ਆ, ਸਤਿਗੁਰਾਂ ਦੇ ਚਰਨਾਂ ਵਿੱਚ ਬੇਨਤੀ ਕਰਨ। ਜਾ ਕੇ ਗੁਰੂ ਜੀ ਨੂੰ ਦੱਸਿਆ ਮਹਾਰਾਜ ਸੱਚੇ ਪਾਤਸ਼ਾਹ ਕਸ਼ਮੀਰ ਦੇ ਪੰਡਿਤ ਜਿਹੜੇ ਨੇ ਬ੍ਰਾਹਮਣ ਮਹਾਰਾਜ ਉਹ ਤੁਹਾਡਾ ਦਰਸ਼ਨ ਕਰਨ ਆਏ ਨੇ। ਸਤਿਗੁਰੂ ਪਾਤਸ਼ਾਹ ਕਹਿੰਦੇ ਨੇ ਕੁਝ ਬੇਨਤੀ ਕਰਨੀ ਹੈ। ਮਹਾਰਾਜ ਬੜੇ ਦੁਖੀ ਲੱਗਦੇ ਨੇ। ਗੁਰੂ ਸਾਹਿਬ ਕਹਿਣ ਲੱਗੇ ਸਿੱਖਾ ਉਹਨਾਂ ਨੂੰ ਛੇਤੀ ਲੈ ਆ, ਸਾਨੂੰ ਪਤਾ ਹੈ ਬੜੇ ਦੁਖੀ ਨੇ। ਮਹਾਰਾਜ ਕਹਿੰਦੇ ਲੈ ਆ ਉਹਨਾਂ ਨੂੰ ਅੰਦਰ ਭੇਜ। ਆ ਗਏ। ਆਣ ਕੇ ਸਤਿਗੁਰੂ ਪਾਤਸ਼ਾਹ ਜੀ ਦੇ ਸਾਹਮਣੇ ਹੱਥ ਜੋੜ ਕੇ ਖੜੇ ਹੋ ਕੇ ਇਹਨਾਂ ਨੇ ਸਾਧ ਸੰਗਤ ਜੀ ਸੀਸ ਮਹਾਰਾਜ ਨੂੰ ਝੁਕਾਇਆ ਗੁਰੂ ਤੇਗ ਬਹਾਦਰ ਮਹਾਰਾਜ ਨੂੰ, ਤੇ ਨਾਲ ਹੀ ਆਪਣੀ ਬੇਨਤੀ ਆਪਣੀ ਬਿਰਥਾ ਜਿਹੜੀ ਹੈ ਗੁਰੂ ਸਾਹਿਬ ਜੀ ਨੂੰ ਦੱਸੀ। ਗੁਰੂ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਔਰੰਗਜ਼ੇਬ ਬਾਦਸ਼ਾਹ ਜਿਹੜਾ ਹੈ ਉਹ ਸਾਨੂੰ ਜ਼ੋਰ ਦੇ ਨਾਲ ਜ਼ੁਲਮ ਦੇ ਨਾਲ ਹਿੰਦੂਆਂ ਤੋਂ ਮੁਸਲਮਾਨ ਬਣਾ ਰਿਹਾ। ਉਹਨੇ ਬੜੇ ਹਿੰਦੂ ਜਿਹੜੇ ਨੇ ਮੁਸਲਮਾਨ ਬਣਾ ਦਿੱਤੇ ਨੇ। ਮਹਾਰਾਜ ਜੇਕਰ ਕੋਈ ਆਪਣੀ ਮਰਜ਼ੀ ਨਾਲ ਬਣੇ ਤਾਂ ਸਹੀ ਹੈ, ਪਰ ਮਹਾਰਾਜ ਜੇ ਕਿਸੇ ਤੇ ਜ਼ੁਲਮ ਕੀਤਾ ਜਾਵੇ ਕੋਈ ਚੰਗੀ ਗੱਲ ਤੇ ਨਹੀਂ। ਇਸ ਕਰਕੇ ਸੱਚੇ ਪਾਤਸ਼ਾਹ ਸਾਨੂੰ ਹੁਣ ਕੋਈ ਆਸਰਾ ਨਹੀਂ ਦਿਸਦਾ ਪਿਆ। ਮਹਾਰਾਜ ਸਾਰੇ ਆਸਰੇ ਛੱਡ ਕੇ ਹੁਣ ਤੁਹਾਡੇ ਚਰਨਾਂ ਵਿੱਚ ਆਏ ਆ। ਤੇ ਪਾਤਸ਼ਾਹ ਸੁਣਿਆ ਤੁਹਾਡੀ ਮਹਿਮਾ ਸੁਣੀ ਹੈ ਗੁਰੂ ਨਾਨਕ ਦੇ ਦਰਬਾਰ ਦੀ, ਕਿ ਜਿਹੜਾ ਵੀ ਇਸ ਦਰ ਤੇ ਆ ਜਾਂਦਾ ਉਹ ਖਾਲੀ ਨਹੀਂ ਜਾਂਦਾ। ਮਹਾਰਾਜ ਤੁਸੀਂ ਸ਼ਰਣੀ ਆਇਆਂ ਦੀ ਬਾਂਹ ਫੜਦੇ ਹੋ, ਇਸ ਕਰਕੇ ਸੱਚੇ ਪਾਤਸ਼ਾਹ ਸਾਨੂੰ ਆਸਰਾ ਦਿਓ। ਮਹਾਰਾਜ ਬਚਾਓ, ਸਾਡੇ ਧਰਮ ਦੀ ਰੱਖਿਆ ਕਰੋ, ਸਾਡਾ ਡੁੱਬਦਾ ਹੋਇਆ ਧਰਮ ਜਿਹੜਾ ਬਚਾ ਲਓ। ਗੁਰੂ ਤੇਗ ਬਹਾਦਰ ਮਹਾਰਾਜ ਪਹਿਲਾਂ ਤੇ ਕੁਝ ਸਮਾਂ ਚੁੱਪ ਰਹੇ। ਤੇ ਜੋ ਪ੍ਰਚਲਿਤ ਇਤਿਹਾਸ ਆ ਸਾਡਾ, ਜੋ ਸਾਡਾ ਇਤਿਹਾਸ ਚੱਲਦਾ ਆ ਕਿ ਬਾਲ ਗੋਬਿੰਦ ਰਾਏ ਜੀ ਨੇ ਗੁਰੂ ਸਾਹਿਬ ਜੀ ਨੂੰ ਇੱਦਾਂ ਵੇਖਿਆ ਕਿ ਮਹਾਰਾਜ ਚੁੱਪ ਨੇ, ਕੋਈ ਸੋਚਾਂ ਵਿੱਚ ਪਏ ਨੇ। ਬਾਲ ਗੋਬਿੰਦ ਰਾਏ ਜੀ 9 ਸਾਲ ਦੀ ਉਮਰ ਆਏ ਗੁਰੂ ਸਾਹਿਬ ਦੇ ਕੋਲ। ਪਿਤਾ ਜੀ ਬੜੇ ਚੁੱਪ ਨੇ ਸਾਰੇ, ਕੀ ਗੱਲ ਹੈ? ਮਹਾਰਾਜ ਕਹਿਣ ਲੱਗੇ ਬਾਲ ਗੋਬਿੰਦ ਰਾਏ ਇਹ ਜਿਹੜੇ ਕਸ਼ਮੀਰ ਦੇ ਪੰਡਿਤ ਨੇ ਇਹਨਾਂ ਨੂੰ ਜ਼ਬਰ ਦੇ ਨਾਲ ਜ਼ੁਲਮ ਦੇ ਨਾਲ ਹਿੰਦੂਆਂ ਤੋਂ ਮੁਸਲਮਾਨ ਬਣਾਇਆ ਜਾ ਰਿਹਾ। ਇਹਨਾਂ ਦਾ ਧਰਮ ਜ਼ਬਰ ਦੇ ਨਾਲ ਜ਼ੁਲਮ ਦੇ ਨਾਲ ਤਬਦੀਲ ਕੀਤਾ ਜਾ ਰਿਹਾ। ਤੇ ਇਹ ਹੁਣ ਇੱਥੇ ਆਏ ਨੇ ਆਸਰਾ ਲੈਣ ਵਾਸਤੇ। ਪਿਤਾ ਜੀ ਫਿਰ ਕੀ ਕੀਤਾ ਜਾ ਸਕਦਾ ਹੈ? ਮਹਾਰਾਜ ਕਹਿਣ ਲੱਗੇ ਜੇਕਰ ਇਹਨਾਂ ਦਾ ਡੁੱਬਦਾ ਹੋਇਆ ਧਰਮ ਬਚਾਉਣਾ ਹੈ ਤੇ ਕੋਈ ਮਹਾਂਪੁਰਖ ਜਿਹੜਾ ਕੁਰਬਾਨੀ ਦੇਵੇਗਾ ਤੇ ਤਾਂ ਬਚਣਾ। ਤੇ ਗੋਬਿੰਦ ਰਾਏ ਜੀ ਨੇ ਆਖਿਆ ਪਿਤਾ ਜੀ ਤੁਹਾਡੇ ਤੋਂ ਵੱਡੇ ਮਹਾਂਪੁਰਖ ਕੌਣ ਹੋ ਸਕਦੇ ਨੇ? ਇਹ ਕਾਰਜ ਇਹਨਾਂ ਦਾ ਤੁਸੀਂ ਆਪ ਖੁਦ ਹੀ ਕਰੋ। ਤੇ ਮਹਾਰਾਜ ਬੜੇ ਮੁਸਕਰਾਏ ਉਸ ਵੇਲੇ ਕਿ ਅਸੀਂ ਤੇ ਪਹਿਲਾਂ ਹੀ ਇਹ ਉਡੀਕ ਰਹੇ ਸਾਂ ਕਿ ਤੁਸੀਂ ਸਾਨੂੰ ਖੁਦ ਤੋਰੋ। ਸੱਚੇ ਪਾਤਸ਼ਾਹ ਜੀ ਨੇ ਫਿਰ ਸਾਧ ਸੰਗਤ ਜੀ ਇਹ ਜਿਹੜੇ ਕਸ਼ਮੀਰ ਦੇ ਪੰਡਿਤ ਸਨ ਇਹਨਾਂ ਦੇ ਨਾਲ ਜੋ ਵਿਚਾਰ ਕੀਤੀ। ਆਹ ਜਿਹੜੇ ਮੈਂ ਇਤਿਹਾਸ ਦੇ ਵਿਚਾਰ ਆਪ ਜੀ ਨੂੰ ਸੁਣਾਈ ਬਾਲ ਗੋਬਿੰਦ ਰਾਏ ਜੀ ਦੇ ਪ੍ਰਚਲਿਤ ਆ ਸਾਡਾ ਇਤਿਹਾਸ। ਪਰ ਭਾਈ ਸੰਤੋਖ ਸਿੰਘ ਜੀ ਨੇ ਜਿਵੇਂ ਲਿਖਿਆ ਕਿ ਕਸ਼ਮੀਰੀ ਪੰਡਤਾਂ ਦੀ ਬੇਨਤੀ ਕਰਨ ਤੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿਣ ਲੱਗੇ ਠੀਕ ਹੈ ਭਾਈ, ਜੇ ਤੁਸੀਂ ਗੁਰੂ ਨਾਨਕ ਦੇ ਦਰ ਤੇ ਆ ਗਏ ਹੋ ਗੁਰੂ ਨਾਨਕ ਤੁਹਾਡੀ ਬਾਂਹ ਫੜਨਗੇ। ਇੱਦਾਂ ਕਰੋ, ਕੁਰਬਾਨੀ ਦਿੱਤੇ ਤੋਂ ਬਿਨਾਂ ਧਰਮ ਨਹੀਂ ਬਚਦਾ ਹੁੰਦਾ। ਜੇ ਕਹੀਏ ਕੁਰਬਾਨੀ ਤੋਂ ਬਿਨਾਂ ਧਰਮ ਬਚਾਇਆ ਜਾਵੇ, ਇੱਦਾਂ ਨਹੀਂ ਹੁੰਦਾ। ਮਹਾਰਾਜ ਕਹਿੰਦੇ ਕੁਰਬਾਨੀਆਂ ਦੇਣੀਆਂ ਪੈਂਦੀਆਂ, ਕੁਰਬਾਨ ਹੋਣਾ ਪੈਂਦਾ ਏ। ਇਸ ਕਰਕੇ ਗੁਰੂ ਸਾਹਿਬ ਕਹਿਣ ਲੱਗੇ ਕੋਈ ਮਹਾਂਪੁਰਖ ਜਿਹੜਾ ਉਹਨੂੰ ਕੁਰਬਾਨ ਹੋਣਾ ਪਵੇਗਾ। ਪਾਤਸ਼ਾਹ ਜੀ ਤੁਸੀਂ ਕਿਰਪਾ ਕਰੋ। ਮਹਾਰਾਜ ਕਹਿਣ ਲੱਗੇ ਜਾਓ ਤੁਸੀਂ ਔਰੰਗਜ਼ੇਬ ਬਾਦਸ਼ਾਹ ਦੇ ਕੋਲ, ਜਿਹੜੇ ਸਿਆਣੇ ਨੇ ਨਾ ਤੁਹਾਡੇ ਵਿੱਚੋਂ ਜ਼ਿਆਦਾ, ਕੁਝ ਕੁ ਬੰਦੇ ਇਕੱਠੇ ਹੋ ਕੇ ਦਿੱਲੀ ਚਲੇ ਜਾਓ ਔਰੰਗਜ਼ੇਬ ਬਾਦਸ਼ਾਹ ਦੇ ਕੋਲ ਸਿੱਧੇ, ਤੇ ਉਹਨੂੰ ਜਾ ਕੇ ਇਹ ਗੱਲ ਆਖੋ
ਕਿ ਸਾਡੇ ਤੇ ਜ਼ੁਲਮ ਹੋ ਰਿਹਾ ਹੈ, ਜ਼ੁਲਮ ਨਾ ਕੀਤਾ ਜਾਵੇ। ਤੇ ਜੇਕਰ ਉਹ ਨਹੀਂ ਮੰਨਦਾ ਤੇ ਉਹਨੂੰ ਇਹ ਗੱਲ ਕਹਿ ਦਿਓ ਕਿ ਜੇਕਰ ਤੂੰ ਸਾਨੂੰ ਮੁਸਲਮਾਨ ਬਣਾਉਣਾ ਹੀ ਹੈ ਤੇ ਸਭ ਤੋਂ ਪਹਿਲਾਂ ਸਾਡੇ ਗੁਰੂ ਤੇਗ ਬਹਾਦਰ ਮਹਾਰਾਜ ਨੂੰ ਮੁਸਲਮਾਨ ਬਣਾ ਲਓ। ਜਿੱਧਰ ਨੂੰ ਉਹ ਜਾਣਗੇ ਅਸੀਂ ਵੀ ਉੱਧਰ ਨੂੰ ਜਾਵਾਂਗੇ। ਅਸੀਂ ਗੁਰੂ ਤੇਗ ਬਹਾਦਰ ਮਹਾਰਾਜ ਦੀ ਹਰੇਕ ਗੱਲ ਮੰਨਦੇ ਹਾਂ। ਜੇਕਰ ਮਹਾਰਾਜ ਨੂੰ ਤੁਸੀਂ ਮਨਾ ਲਓਗੇ ਤੇ ਅਸੀਂ ਵੀ ਮੰਨ ਜਾਵਾਂਗੇ। ਮਹਾਰਾਜ ਕਹਿੰਦੇ ਜਾਓ, ਇੰਨੀ ਗੱਲ ਜਾ ਕੇ ਕਹਿ ਦਿਓ। ਸਾਧ ਸੰਗਤ ਜੀ, ਇਹਨਾਂ ਦੇ ਮਨ ਜਿਹੜੇ ਨੇ ਦੁਖੀ ਸਨ, ਪਰ ਬੜਾ ਮਨ ਨੂੰ ਧਰਵਾਸ ਆਇਆ ਕਿ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਆਪ ਖੁਦ ਅੱਗੇ ਹੋਣਾ ਕੀਤਾ ਹੈ ਸਾਡੇ ਲਈ। ਅੱਗੇ ਆਏ ਨੇ ਸਤਿਗੁਰੂ, ਸਾਡੀ ਬਾਂਹ ਫੜ ਰਹੇ ਨੇ। ਸੋ ਕਹਿੰਦੇ ਨੇ 2-3 ਦਿਨ ਇਹ ਪੰਡਿਤ ਫਿਰ ਇੱਥੇ ਰਹੇ, ਗੁਰੂ ਸਾਹਿਬ ਦੇ ਨਾਲ ਬਚਨ ਵਿਲਾਸ ਕਰਦੇ ਰਹੇ ਤੇ ਮਨ ਇੱਕਦਮ ਸਹਿਜ ਸ਼ਾਂਤ ਹੋ ਗਿਆ। ਜਿਹੜਾ ਦੁਖੀ ਮਨ ਸੀ ਇੱਕਦਮ ਸ਼ਾਂਤ ਹੋ ਗਿਆ ਕਿ ਹੁਣ ਸਾਨੂੰ ਕੋਈ ਡਰ ਨਹੀਂ। ਗੁਰੂ ਤੇਗ ਬਹਾਦਰ ਮਹਾਰਾਜ ਸਾਡੇ ਧਰਮ ਦੀ ਰੱਖਿਆ ਕਰਨਗੇ, ਸਾਨੂੰ ਘਬਰਾਉਣ ਦੀ ਲੋੜ ਨਹੀਂ। ਬਾਣੀ ਵੀ ਸੁਣਦੇ ਰਹੇ, ਸੇਵਾ ਵੀ ਕਰਦੇ ਰਹੇ, ਗੁਰੂ ਸਾਹਿਬ ਨੂੰ ਮਿਲਦੇ, ਦਰਸ਼ਨ ਹੁੰਦੇ ਰਹੇ, ਬਚਨ ਵਿਲਾਸ ਵੀ ਹੁੰਦੇ ਰਹੇ। 3 ਕੁ ਦਿਨ ਬਾਅਦ ਆਏ ਫਿਰ ਇਹ ਦਿੱਲੀ ਨੂੰ ਰਵਾਨਾ ਹੋ ਗਏ। ਔਰੰਗਜ਼ੇਬ ਬਾਦਸ਼ਾਹ ਨੂੰ ਮਿਲਣ ਵਾਸਤੇ ਜਦੋਂ ਇੱਥੇ ਪਹੁੰਚੇ ਨੇ, ਜਾ ਕੇ ਦੱਸਿਆ ਕਿ ਜੀ ਕਸ਼ਮੀਰੀ ਪੰਡਿਤ ਆਏ ਨੇ ਤੁਹਾਨੂੰ ਮਿਲਣ ਵਾਸਤੇ। ਬਾਦਸ਼ਾਹ ਕਹਿਣ ਲੱਗਾ ਜ਼ਰੂਰ ਸ਼ਰਾਬ ਵਿੱਚ ਆਉਣ ਵਾਸਤੇ ਆਏ ਹੋਣੇ ਨੇ, ਮੁਸਲਮਾਨ ਬਣਨ ਲਈ ਆਏ ਹੋਣੇ ਨੇ, ਭੇਜੋ ਉਹਨਾਂ ਨੂੰ ਅੰਦਰ। ਕਹਿੰਦੇ ਬੜੇ ਜਦੋਂ ਇਹ ਆਏ, ਵਜ਼ੀਰ ਬੈਠੇ ਨੇ, ਕਾਜ਼ੀ ਮਲਾਣੇ ਸਾਰੇ ਬੈਠੇ ਨੇ ਸਭਾ ਦੇ ਵਿੱਚ। ਇਹਨਾਂ ਨੇ ਜਾ ਕੇ ਝੁਕ ਕੇ ਬਾਦਸ਼ਾਹ ਨੂੰ ਸਲਾਮ ਕੀਤੀ, ਖੜੇ ਹੋ ਗਏ ਉਹਦੇ ਸਾਹਮਣੇ। ਬਾਦਸ਼ਾਹ ਨੇ ਜਦੋਂ ਇਹਨਾਂ ਦੇ ਵੱਲ ਵੇਖਿਆ, ਫਿਰ ਇਹਨਾਂ ਨੇ ਸਾਰੀ ਆਪਣੀ ਗੱਲ ਸੁਣਾਈ ਹੈ ਕਿ ਜੀ ਸਾਡੇ 'ਤੇ ਜ਼ੁਲਮ ਹੋ ਰਿਹਾ ਅਤੇ ਤੁਹਾਡੇ ਹੁਕਮ ਜਿਵੇਂ ਤੁਸੀਂ ਹੁਕਮ ਲਾ ਦਿੱਤੇ ਨੇ ਕਿ ਸਾਨੂੰ ਜ਼ਬਰ ਜ਼ੁਲਮ ਦੇ ਨਾਲ ਹੀ ਹਿੰਦੂ ਤੋਂ ਮੁਸਲਮਾਨ ਬਣਾਇਆ ਜਾ ਰਿਹਾ, ਅਸੀਂ ਬੜੇ ਦੁਖੀ ਹਾਂ ਅਤੇ ਅਸੀਂ ਆਪਣਾ ਧਰਮ ਛੱਡਣਾ ਨਹੀਂ ਚਾਹੁੰਦੇ। ਪਰ ਜੇਕਰ ਤੁਹਾਨੂੰ ਨਹੀਂ ਮਨਜ਼ੂਰ, ਜੇਕਰ ਤੁਸੀਂ ਫਿਰ ਵੀ ਸਾਨੂੰ ਹਿੰਦੂ ਤੋਂ ਮੁਸਲਮਾਨ ਬਣਾਉਣਾ ਹੀ ਚਾਹੁੰਦੇ ਤੇ ਸਾਡੇ ਜਜਮਾਨ, ਸਾਡੇ ਵੱਡੇ ਗੁਰੂ ਤੇਗ ਬਹਾਦਰ ਮਹਾਰਾਜ ਅਨੰਦਪੁਰ ਸਾਹਿਬ ਵਸਦੇ ਨੇ, ਤੁਸੀਂ ਉਹਨਾਂ ਨੂੰ ਕਿਸੇ ਵੀ ਤਰੀਕੇ ਦੇ ਨਾਲ ਮੁਸਲਮਾਨ ਬਣਾ ਲਓ ਅਤੇ ਅਸੀਂ ਵੀ ਮੁਸਲਮਾਨ ਬਣਨ ਲਈ ਤਿਆਰ ਹਾਂ। ਜਿਵੇਂ ਉਹ ਕਹਿਣਗੇ ਅਸੀਂ ਉੱਦਾਂ ਹੀ ਕਰ ਲਵਾਂਗੇ। ਇੱਕ ਵਾਰੀ ਤੁਸੀਂ ਉਹਨਾਂ ਨੂੰ ਮਨਾ ਲਓ। ਤੁਸੀਂ ਐਵੇਂ ਥਾਂ ਥਾਂ 'ਤੇ ਜਾ ਕੇ ਇੱਕ ਬੰਦੇ ਨੂੰ ਹਿੰਦੂ ਤੋਂ ਮੁਸਲਮਾਨ ਬਣਾ ਰਹੇ ਹੋ। ਇੱਥੇ ਸਿਰਫ ਗੁਰੂ ਤੇਗ ਬਹਾਦਰ ਮਹਾਰਾਜ ਨੂੰ ਤੁਸੀਂ ਮਨਾ ਲਓ ਅਤੇ ਸਾਰੀ ਕੌਮ ਜਿਹੜੀ ਸਾਡੀ ਹੈ ਆਪਣੇ ਆਪ ਹੀ ਸ਼ਰਾਂ ਵਿੱਚ ਆ ਜਾਵੇਗੀ। ਜੇਕਰ ਤੁਹਾਨੂੰ ਸਾਡੀ ਸਲਾਹ ਚੰਗੀ ਲੱਗੀ ਹੈ। ਅਤੇ ਬਾਦਸ਼ਾਹ ਨੇ ਲਾਗੇ ਦੇ ਕਾਜੀ ਮੌਲਵੀ ਜਿਹੜੇ, ਉਹਨਾਂ ਸਾਰਿਆਂ ਵੱਲ ਵੇਖਿਆ ਅਤੇ ਉਹ ਸਰਾਹਨਾ ਕਰਨ ਲੱਗੇ ਗੱਲ ਦੇ ਕੇ, ਅਤੇ ਗੱਲ ਬੜੀ ਵਧੀਆ ਬਣੀ। ਕਿਸੇ ਨੂੰ ਕੁਝ ਕਹਿਣ ਦੀ ਲੋੜ ਨਹੀਂ, ਸਿਰਫ ਗੁਰੂ ਤੇਗ ਬਹਾਦਰ ਮਹਾਰਾਜ ਨੂੰ ਲੈ ਆਓ ਅਤੇ ਉਹਨਾਂ ਨੂੰ ਮਨਾ ਲੈਂਦੇ ਹਾਂ ਇਕੱਲਿਆਂ ਨੂੰ। ਇਹ ਤਾਂ ਕੰਮ ਹੀ ਬੜਾ ਸੌਖਾ ਹੋ ਗਿਆ, ਕਿਤੇ ਹੋਰ ਜਾਣ ਦੀ ਲੋੜ ਹੀ ਨਹੀਂ, ਸਾਰੇ ਮੁਸਲਮਾਨ ਬਣ ਜਾਣਗੇ ਆਪਣੇ ਆਪ। ਸੋ ਕਹਿੰਦੇ ਨੇ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਬਾਰੇ ਵਿੱਚ ਇੱਥੇ ਇਹਦੀ ਸਭਾ ਵਿੱਚ ਵਿਚਾਰ ਹੋਈ ਬਾਦਸ਼ਾਹ ਦੇ ਕਿ ਗੁਰੂ ਤੇਗ ਬਹਾਦਰ ਮਹਾਰਾਜ ਨੂੰ ਇੱਥੇ ਲਿਆਂਦਾ ਜਾਵੇ, ਦਿੱਲੀ ਲਿਆ ਕੇ ਉਹਨਾਂ ਨੂੰ ਮੁਸਲਮਾਨ ਬਣਾਇਆ ਜਾਵੇ। ਇੱਦਾਂ ਸਾਧ ਸੰਗਤ ਜੀ ਜਦੋਂ ਇਹ ਵਿਚਾਰ ਹੋਈ ਤੇ ਕਹਿੰਦੇ ਨੇ ਇਹ ਦੋ ਜਿਹੜੇ ਨੇ 2 ਬੰਦੇ ਔਰੰਗਜ਼ੇਬ ਬਾਦਸ਼ਾਹ ਨੇ ਅਨੰਦਪੁਰ ਸਾਹਿਬ ਲਈ ਰਵਾਨਾ ਕਰ ਦਿੱਤੇ ਨੇ ਕਿ ਤੁਸੀਂ ਜਾਓ ਅਤੇ ਗੁਰੂ ਤੇਗ ਬਹਾਦਰ ਮਹਾਰਾਜ ਨੂੰ ਸੁਨੇਹਾ ਦਿਓ ਸਾਡਾ ਕਿ ਉਹ ਆਉਣ ਇੱਥੇ ਸਾਨੂੰ ਮਿਲਣ ਆਣ ਕੇ। ਸੋ ਇੱਦਾਂ ਸਾਧ ਸੰਗਤ ਜੀ ਇਹ ਇਤਿਹਾਸ ਵਿਚਾਰ ਲਿਖੀ ਭਾਈ ਸੰਤੋਖ ਸਿੰਘ ਨੇ। ਸੋ ਜਿਵੇਂ ਸਮਾਂ ਮਿਲਿਆ ਤੇ ਆਪਾਂ ਕੱਲ੍ਹ ਨੂੰ ਅਗਲੇ ਵਿਚਾਰ ਦੇ ਨਾਲ ਜੁੜਾਂਗੇ। ਸੋ ਮਹਾਰਾਜ ਸੱਚੇ ਪਾਤਸ਼ਾਹ ਜੀ ਮਿਹਰ ਕਰਨ। ਸਾਧ ਸੰਗਤ ਜੀ ਮੇਨ ਇਹ ਗੱਲ ਹੈ ਕਿ ਗੁਰੂ ਤੇਗ ਬਹਾਦਰ ਮਹਾਰਾਜ ਨੇ ਕੁਰਬਾਨੀ ਦਿੱਤੀ ਹੈ ਦੂਸਰੇ ਦੇ ਧਰਮ ਦੇ ਵਾਸਤੇ ਵੀ। ਆਪਣਿਆਂ ਲਈ ਤੇ ਹਰ ਕੋਈ ਕੁਰਬਾਨੀ ਦੇ ਦਿੰਦਾ, ਆਪਣੇ ਲਈ ਤੇ ਹਰ ਕੋਈ ਕੁਰਬਾਨੀ ਦੇ ਦਿੰਦਾ ਆ, ਪਰ ਦੂਜੇ ਲਈ ਕੁਰਬਾਨ ਹੋਣਾ ਇਹ ਤੇ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ। ਸੋ ਸਤਿਗੁਰੂ ਪਾਤਸ਼ਾਹ ਜੀ ਕਿਰਪਾ ਕਰਨ। ਸਮਾਂ ਮਿਲਿਆ ਤੇ ਕੱਲ੍ਹ ਨੂੰ ਆਪਾਂ ਵਿਚਾਰ ਨਾਲ ਜੁੜਾਂਗੇ। ਭੁੱਲਾ ਚੁੱਕਾ ਦੀ ਖਿਮਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।